गुरु रू प्यारी साध संगत जी, वाहिगुरु जी का खालसा, वाहिगुरु जी की फतेह। प्रोफैसर पूरन सिंह जी दी एक अमोलक लिखत है जिस दा सिरलेख है युगां युगांतरां दी सांझ। आओ प्यार नाल सरवण करन दी कोशिश करिए जी। महान अध्यात्मक अनुभव रखण वाले कवि भाई गुरदास ने अपनी वारां विच भगतां ते मुरीदां दी युगां युगांतरां तो चली आ रही लगातार सांझ दा उल्लेख कीता है। सब युगां दे भगत जन भाई गुरदास दे कथन अनुसार जुगो जुग अटल अध्यात्मक सांझीवालता दे सूत्र विच बजे होए हन। इन्हां भगतां विचों भाई गुरदास, राणी तारा ते राजा हरिश्चंद्र दी लघु कथा नूं अपनी 10वीं वार दी पौड़ी विच इंज गायन करदे हन। राणी तारा हर रात ਨੂੰ ਆਪਣੇ ਪਤੀ ਰਾਜਾ ਹਰੀਸ਼ਚੰਦਰ ਨੂੰ ਸੁੱਤਿਆਂ ਛੱਡ ਕੇ ਗੁਰੂ ਦੇ ਸਤਸੰਗ ਵਿੱਚ ਜਾਂਦੀ ਹੁੰਦੀ ਸੀ। ਰਾਜਾ ਇਸ ਬਾਰੇ ਬੇਖਬਰ ਸੀ ਕਿ ਰਾਤ ਨੂੰ ਉਸ ਦੀ ਰਾਣੀ ਉਸ ਨੂੰ ਛੱਡ ਕੇ ਕਿੱਥੇ ਜਾਂਦੀ ਹੈ। ਭਾਈ ਗੁਰਦਾਸ ਫਰਮਾਉਂਦੇ ਹਨ, ਆਪਣੀ ਰਾਣੀ ਦਾ ਪਿੱਛਾ ਕਰਕੇ ਉਸ ਦਾ ਦੇਵਲੋਕ ਵਿੱਚ ਵਾਸਾ ਹੋਇਆ ਤੇ ਉਸਨੇ ਗੁਰੂ ਦੇ ਸ਼ਬਦ ਨੂੰ ਸੁਣਿਆ। ਸਾਰੇ ਯੁਗਾਂ ਵਿੱਚ ਇੱਕੋ ਗੁਰੂ ਤੇ ਇੱਕੋ ਹੀ ਉਸ ਦਾ ਸ਼ਬਦ ਵਿਆਪਕ ਹੁੰਦਾ ਹੈ। ਇਹ ਉਸ ਯੁੱਗ ਦੇ ਗੁਰੂ ਨਾਨਕ ਸਨ। ਉਹ ਹੁਣ ਵੀ ਗੁਰੂ ਨਾਨਕ ਹਨ ਤੇ ਭਵਿੱਖ ਵਿੱਚ ਵੀ ਗੁਰੂ ਨਾਨਕ ਹੋਣਗੇ। ਭਾਈ ਗੁਰਦਾਸ ਜੀ ਭਗਤੀ ਭਾਵਨਾ ਜਾਂ ਸਿੱਖੀ ਨੂੰ ਉਦਾਤ ਭਾਵੀ ਸਦਾਚਾਰਕ ਜੀਵਨ ਦਾ ਵਿਸ਼ਵ ਵਿਆਪੀ ਵਰਤਾਰਾ ਦੱਸਦੇ ਹਨ, ਜੋ ਆਪਣੇ ਪਰਾਭੌਤਿਕ ਸਰੂਪ ਵਿੱਚ ਪਰਮਾਤਮਾ ਦਾ ਹੀ ਵਿਸਥਾਰ ਹੈ। ਮਿੱਟੀ ਦੇ ਇੱਕ ਢੇਲੇ ਤੋਂ ਲੈ ਕੇ ਬੋਧਿਸਤਵ ਤੱਕ ਇੱਕੋ ਅਨਾਦਿ ਸਤਾਈ ਵਿਆਪਕ ਹੈ। ਗੁਰੂ ਹੀ ਨਿਰਗੁਣ ਪਾਰਬ੍ਰਹਮ ਨੂੰ ਸਰਗੁਣ ਸਰੂਪ ਵਿੱਚ ਪ੍ਰਗਟ ਕਰਦਾ ਹੈ। ਗੁਰੂ ਦੇ ਰੂਪ ਵਿੱਚ ਪਰਮਾਤਮਾ ਆਪ ਹੀ ਅਵਤਾਰ ਧਾਰਦਾ ਹੈ। ਗੁਰੂ ਦੇ ਰੂਪ ਵਿੱਚ ਉਹ ਮਨੁੱਖ ਬਣ ਕੇ ਸਾਡੇ ਵਿੱਚ ਆਉਂਦਾ ਅਤੇ ਸਾਡੇ ਅੰਦਰ ਜੀਵਨ ਦੀ ਨਵੀਂ ਜੋਤ ਜਗਾਉਂਦਾ ਹੈ। ਇਹ ਬ੍ਰਹਮ ਗਿਆਨ ਕਿ ਏਕਾ ਬ੍ਰਹਮ ਦੁਤੀਆ ਨੇਸਤੀ ਅਰਥਾਤ ਸਭ ਬ੍ਰਹਮ ਹੀ ਹੈ। ਗੁਰੂ ਦੇ ਨਿਜ ਸਰੂਪ ਦੇ ਮਿਲਾਪ ਤੋਂ ਬਿਨਾਂ ਤੁਛ ਤੇ ਬੇਲੋੜਾ ਹੈ। ਯੋਗ ਵਸ਼ਿਸ਼ਟ ਦਾ ਕਰਤਾ ਤੇ ਭਾਈ ਗੁਰਦਾਸ ਇਸ ਗੱਲ ਦਾ ਐਲਾਨ ਕਰਦੇ ਹਨ ਕਿ ਨਿਜ ਸਰੂਪ ਵਿੱਚ ਗੁਰੂ ਦੇ ਮਿਲਾਪ ਤੋਂ ਬਿਨਾਂ ਕਿਤੇ ਵੀ ਰੱਬੀ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਧਰੂ ਨੇ ਪ੍ਰਭੂ ਨੂੰ ਪ੍ਰਬਲ ਪ੍ਰੀਤ ਦੁਆਰਾ ਪਾਇਆ ਸੀ। ਉਸਨੇ ਪ੍ਰਭੂ ਦੇ ਦਰਸ਼ਨ ਕੀਤੇ। ਪ੍ਰਭੂ ਪ੍ਰੀਤਮ ਉਸ ਕੋਲ ਇਵੇਂ ਪੁੱਜਾ ਜਿਵੇਂ ਗਾਂ ਆਪਣੇ ਵੱਛੇ ਨੂੰ ਆ ਕੇ ਮਿਲਦੀ ਹੈ। ਪਰਮਾਤਮਾ ਨੇ ਧਰੂ ਨੂੰ ਗਗਨ ਮੰਡਲ ਦਾ ਤਾਰਾ ਬਣਾ ਦਿੱਤਾ, ਜਿਸ ਦੀ ਸਪਤ ਰਿਸ਼ੀ ਪਰਿਕਰਮਾ ਕਰਦੇ ਹਨ। ਭਗਤਾਂ ਦੀ ਰੱਖਿਆ ਕਰਨ ਲਈ ਪ੍ਰਭੂ ਆਪ ਆ ਕੇ ਸਹਾਈ ਹੁੰਦਾ ਹੈ। ਦੋਖੀਆਂ ਨੇ ਉਸ ਨੂੰ ਅੱਗ ਵਿੱਚ ਸੁੱਟਿਆ ਤਾਂ ਜੋ ਉਹ ਸੜ ਜਾਏ, ਅਤੇ ਉਹਨਾਂ ਨੇ ਉਸ ਨੂੰ ਪਾਣੀ ਵਿੱਚ ਸੁੱਟਿਆ ਤਾਂ ਜੋ ਉਹ ਡੁੱਬ ਜਾਏ। ਅੱਗ ਉਸ ਨੂੰ ਸਾੜ ਨਾ ਸਕੀ, ਪਾਣੀ ਉਸ ਨੂੰ ਡੋਬ ਨਾ ਸਕਿਆ। ਗੁਰੂ ਦੀ ਪ੍ਰਹਿਲਾਦ ਉੱਤੇ ਮਿਹਰ ਸੀ। ਭਗਤ ਨੂੰ ਕੋਈ ਆਂਚ ਨਾ ਆਈ। ਹਰਨਾਕਸ਼ ਨੇ ਖੜਗ ਸੂਤ ਲਈ ਤੇ ਪ੍ਰਹਿਲਾਦ ਨੂੰ ਕੜਕ ਕੇ ਕਹਿਣ ਲੱਗਾ, ਦੱਸ ਕਿੱਥੇ ਹੈ ਤੇਰਾ ਗੁਰੂ। ਲੋਹੇ ਦੇ ਲਾਲ ਤਪਦੇ ਥੰਮ ਵਿੱਚੋਂ ਭਗਵਾਨ ਨਰਸਿੰਘ ਦੇ ਰੂਪ ਵਿੱਚ ਪ੍ਰਗਟ ਹੋਏ ਅਤੇ ਦੁਸ਼ਟ ਹਰਨਾਕਸ਼ ਦਾ ਸਿੰਗਾਰ ਕਰ ਦਿੱਤਾ। ਵਾਰ 10ਵੀਂ, ਪੌੜੀ ਪਹਿਲੀ ਤੇ ਦੂਜੀ। ਕੌਰਵ ਰਾਜ ਸਭਾ ਵਿੱਚ ਦ੍ਰੋਪਦੀ ਦੀ ਬੇਪਤੀ ਕਰਨ ਲਈ ਤੁਲ ਗਏ। ਦੁਸ਼ਟ ਉਸ ਨੂੰ ਦਰਬਾਰ ਵਿੱਚ ਨੰਗੀ ਕਰਨਾ ਚਾਹੁੰਦੇ ਸਨ। ਉਹ ਨੈਣ ਮੁੰਦ ਕੇ ਆਪਣੇ ਪ੍ਰਭੂ ਪ੍ਰੀਤਮ ਨੂੰ ਪੁਕਾਰਦੀ ਰਹੀ ਅਤੇ ਉਸ ਦੇ ਚਰਨਾਂ ਦਾ ਧਿਆਨ ਧਰਿਆ। ਇਸ ਘੋਰ ਕਸ਼ਟ ਸਮੇਂ ਸ੍ਰੀ ਕ੍ਰਿਸ਼ਨ ਜੀ ਦੇ ਉਸ ਨੂੰ ਦਰਸ਼ਨ ਹੋਏ, ਜਿਨ੍ਹਾਂ ਨੇ ਉਸ ਦੀ ਪੱਤ ਦੀ ਰੱਖਿਆ ਕੀਤੀ। ਜਦੋਂ ਉਹ ਘਰ ਆਈ ਤੇ ਸ੍ਰੀ ਕ੍ਰਿਸ਼ਨ ਜੀ ਉਸ ਨੂੰ ਮਿਲੇ ਤਾਂ ਦ੍ਰੋਪਦੀ ਲੱਜਾਵਾਨ ਹੋਈ, ਕਹਿਣ ਲੱਗੀ, ਭਗਵਾਨ, ਅੱਜ ਤੁਸਾਂ ਮੇਰੀ ਰੱਖਿਆ ਕੀਤੀ। ਆਦ ਜੁਗਾਤ ਤੋਂ ਹੀ ਆਪਣੇ ਭਗਤਾਂ ਦੀ ਪੈਜ ਰੱਖਣਾ ਹੀ ਪਰਮਾਤਮਾ ਦਾ ਬਿਰਧ ਹੈ। ਪਰਮਾਤਮਾ ਉਹਨਾਂ ਦੀ ਪਿੱਠ ਉੱਤੇ ਆ ਖਲੋਂਦਾ ਹੈ, ਜਿਨ੍ਹਾਂ ਦਾ ਹੋਰ ਕੋਈ ਸਹਾਰਾ ਨਹੀਂ ਹੁੰਦਾ। ਵਾਰ 10ਵੀਂ, ਪੌੜੀ ਚੌਥੀ। ਸੁਦਾਮਾ
ਦੁਆਰਕਾ ਵਿਖੇ ਸ੍ਰੀ ਕ੍ਰਿਸ਼ਨ ਜੀ ਨੂੰ ਮਿਲਣ ਗਿਆ। ਮਨ ਵਿੱਚ ਸ਼ੰਕਾ ਸੀ ਕਿ ਪਤਾ ਨਹੀਂ ਸ੍ਰੀ ਕ੍ਰਿਸ਼ਨ ਜੋ ਹੁਣ ਰਾਜਾ ਬਣ ਗਏ ਹਨ, ਆਪਣੇ ਬਚਪਨ ਦੇ ਮਿੱਤਰ ਨੂੰ ਮਿਲਣਗੇ ਜਾਂ ਨਹੀਂ। ਪਰ ਆਪਣੇ ਬਾਲ ਸਖਾ ਮਿੱਤਰ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਜੀ ਰਾਜ ਸਿੰਘਾਸਨ ਛੱਡ ਕੇ ਦੌੜ ਕੇ ਉਸ ਕੋਲ ਪੁੱਜੇ। ਸਦਾ ਵਾਂਗ ਭਗਵਾਨ ਆਪਣੇ ਭਗਤ ਨੂੰ ਅਗਲਵਾਂਢੀ ਹੋ ਕੇ ਮਿਲੇ। ਸ੍ਰੀ ਕ੍ਰਿਸ਼ਨ ਜੀ ਨੇ ਆਪਣੇ ਭਗਤ ਦੀ ਪ੍ਰਦਖਣਾ ਕੀਤੀ, ਚਰਨਾਂ ਨੂੰ ਛੋਇਆ ਤੇ ਧੂੜ ਅੱਟੇ ਚਰਨ ਧੋ ਕੇ ਆਪਣੇ ਕੋਲ ਹੀ ਆਪਣੇ ਮਿੱਤਰ ਨੂੰ ਰਾਜ ਸਿੰਘਾਸਨ ਉੱਤੇ ਬਿਠਾ ਲਿਆ। ਵਾਰ 10ਵੀਂ ਪੌੜੀ 9ਵੀਂ। ਜੈਦੇਵ ਪ੍ਰੇਮ ਵਿੱਚ ਗੁਆਚ ਗਏ ਸਨ। ਪਰਮਾਤਮਾ ਨੇ ਆਪ ਆ ਕੇ ਉਸ ਕੋਲ ਉਹ ਕੁਝ ਲਿਖਵਾਇਆ ਜੋ ਕੁਝ ਉਹ ਗੀਤ ਗੋਵਿੰਦ ਵਿੱਚ ਲਿਖਣਾ ਚਾਹੁੰਦੇ ਸਨ। ਨਾਮਦੇਵ ਜੀ ਨੇ ਭਗਵਾਨ ਦੀ ਮੂਰਤੀ ਅੱਗੇ ਕਪਲਾ ਗਊ ਦਾ ਦੁੱਧ ਭੇਟ ਕੀਤਾ ਤੇ ਬੇਨਤੀ ਕੀਤੀ ਕਿ ਭਗਵਾਨ ਆਪ ਉਸ ਦੇ ਭੇਟ ਕੀਤੇ ਦੁੱਧ ਨੂੰ ਸੇਵਨ ਕਰਨ। ਭਗਵਾਨ ਨੇ ਆਪ ਪ੍ਰਗਟ ਹੋ ਕੇ ਉਸ ਦੀ ਭੇਟ ਪ੍ਰਵਾਨ ਕੀਤੀ। ਨਾਮੇ ਦੇ ਸਿਰ ਉੱਪਰ ਸੁੰਦਰ ਛਤਰ ਤਾਣ ਦਿੱਤਾ ਤੇ ਭਗਤ ਨਾਮਦੇਵ ਦੇ ਪ੍ਰੇਮ ਦੀ ਮਹਿਮਾ ਦੂਰ ਦੂਰ ਤੱਕ ਫੈਲੀ। ਵਾਰ 10ਵੀਂ ਪੌੜੀ 10ਵੀਂ। ਰਾਮਾਨੰਦ ਜੀ ਅੰਮ੍ਰਿਤ ਵੇਲੇ ਗੰਗਾ ਉੱਤੇ ਇਸ਼ਨਾਨ ਕਰਨ ਜਾ ਰਹੇ ਸਨ। ਰਾਹ ਵਿੱਚ ਪ੍ਰਭੂ ਪ੍ਰੀਤਮ ਲਈ ਪਿਆਸਾ ਮੁਸਲਮਾਨ ਜੁਲਾਹਾ ਕਬੀਰ ਲੇਟਿਆ ਪਿਆ ਸੀ। ਰਾਮਾਨੰਦ ਦੇ ਪੈਰ ਕਬੀਰ ਦੀ ਪਿੱਠ ਵਿੱਚ ਜਾ ਵੱਜੇ ਤੇ ਰਾਮਾਨੰਦ ਜੀ ਨੇ ਬਚਨ ਕੀਤਾ, ਉੱਠੋ ਰਾਮ ਨਾਮ ਦਾ ਜਾਪ ਕਰੋ। ਇਸ ਤਰ੍ਹਾਂ ਕਬੀਰ ਜੀ ਦੇ ਮਨ ਵਿੱਚ ਰੱਬੀ ਪ੍ਰੇਮ ਦੀ ਪ੍ਰੇਰਨਾ ਜਾਗੀ। ਵਾਰ 10ਵੀਂ ਪੌੜੀ 14ਵੀਂ। ਪਾਪੀ ਅਜਾਮਲ ਜੀਵਨ ਭਰ ਭੋਗ ਵਿਲਾਸ ਵਿੱਚ ਗਲਤਾਨ ਰਿਹਾ ਤੇ ਪਰਮਾਤਮਾ ਤੇ ਉਸ ਦੇ ਮਨੁੱਖ ਵੱਲੋਂ ਪਿੱਠ ਮੋੜ ਛੱਡੀ। ਛਿਣ ਭੰਗਰ ਐਸ਼ਵਰਜ ਤੇ ਸਵਾਰਥੀ ਕਾਮਨਾ ਵਿੱਚ ਲੀਨ ਉਸ ਦੀ ਸਾਰੀ ਉਮਰ ਲੰਘ ਗਈ। ਜਦੋਂ ਉਸ ਨੂੰ ਗੁਰੂ ਦੇ ਦਰਸ਼ਨ ਹੋਏ ਤੇ ਉਸ ਨੂੰ ਗੁਰੂ ਦੇ ਸ਼ਬਦ ਦੀ ਦੀਖਿਆ ਮਿਲੀ ਤਾਂ ਉਸ ਦੇ ਸੰਸੇ ਦੂਰ ਹੋ ਗਏ। ਉਸ ਦੇ ਹਿਰਦੇ ਵਿੱਚ ਰੱਬੀ ਜੀਵਨ ਦੀ ਜੋਤ ਜਗ ਗਈ ਤੇ ਉਹ ਪਾਪੀ ਤੋਂ ਪੁੰਨੀ ਬਣ ਗਿਆ। ਇਸ ਤਰ੍ਹਾਂ ਭਗਵਾਨ ਨੇ ਪਾਪੀ ਦੀ ਰੱਖਿਆ ਕੀਤੀ। ਵਾਰ 10ਵੀਂ ਪੌੜੀ 20ਵੀਂ। ਉਪਰੋਕਤ ਦ੍ਰਿਸ਼ਟਾਂਤ ਭਾਈ ਗੁਰਦਾਸ ਦੀਆਂ ਵਾਰਾਂ ਦੇ ਆਧਾਰ ਉੱਤੇ ਦਿੱਤੇ ਗਏ ਹਨ। ਨਾਮ ਸਿਮਰਨ ਦੁਆਰਾ ਹੀ ਗਨਕਾ ਭਵ ਸਾਗਰ ਤੋਂ ਪਾਰ ਹੋਈ ਪ੍ਰਭੂ ਦਾ ਨਾਮ ਉਸ ਦਾ ਆਸਰਾ ਬਣ ਗਿਆ। ਮਾਰੂ ਮਹੱਲਾ 9ਵਾਂ ਪੰਨਾ 1008। ਉਪਰੋਕਤ ਉਦਾਹਰਣਾਂ ਵਿੱਚ ਮੈਂ ਕੁਝ ਨਿੱਜੀ ਗੱਲਾਂ ਵੱਲ ਸੰਕੇਤ ਕੀਤਾ ਹੈ। ਇਹਨਾਂ ਵਿੱਚ ਦੈਵੀ ਪ੍ਰੇਰਨਾ ਦੀ ਆਤਮਾ ਆਪਣੇ ਨਵੀਨਤਮ ਤੇ ਤਾਜ਼ਾ ਸਰੂਪ ਵਿੱਚ ਪ੍ਰਕਾਸ਼ਮਾਨ ਹੋਈ ਹੈ। ਇਸ ਪ੍ਰਕਾਰ ਪੰਜਾਬ ਦੇ ਵਿਅਕਤੀਗਤ ਤੇ ਸਮੂਹਿਕ ਜੀਵਨ ਵਿੱਚ ਗੁਰੂ ਸਾਹਿਬਾਨ ਨੇ ਜਿਨ੍ਹਾਂ ਨਵੇਂ ਜੀਵਨ ਆਦਰਸ਼ਾਂ ਦੇ ਸੁਪਨੇ ਸਾਜੇ ਸਨ, ਉਹਨਾਂ ਨੇ ਇਸ ਨਵੇਂ ਜੀਵਨ ਦੀ ਅਮਲੀ ਰੂਪ ਵਿੱਚ ਸਿਰਜਣਾ ਵੀ ਕੀਤੀ ਹੈ। ਮੇਰਾ ਵਿਸ਼ਵਾਸ ਹੈ ਕਿ ਗੁਰਸਿੱਖੀ ਵਿੱਚ ਰੱਬੀ ਗਿਆਨ ਦੀ ਦੈਵੀ ਪ੍ਰੇਰਨਾ ਦਾ ਹੀ ਸਾਖਿਆਤ ਪ੍ਰਗਟਾ ਹੈ, ਜਿਸ ਦੁਆਰਾ ਮਨੁੱਖ ਦੇ ਹਿਰਦੇ ਵਿੱਚ ਸੁੰਦਰਤਾ ਲਈ ਪ੍ਰੇਮ ਉਤਪੰਨ ਹੋ ਜਾਂਦਾ ਹੈ, ਜਿਸ ਦਾ ਪ੍ਰਗਟਾਅ ਉਹ ਆਪਣੀ ਕਲਾ ਦੇ ਰੂਪ ਵਿੱਚ ਕਰਦਾ ਹੈ। ਇਹ ਕੋਈ ਬਾਹਰਮੁਖੀ ਕਿਰਿਆ ਜਾਂ ਕਰਮ ਕਾਂਡ ਦੀ ਗੱਲ ਨਹੀਂ ਹੁੰਦੀ, ਸਗੋਂ ਇਹ ਤਾਂ ਮਨ ਦੀ ਇੱਕ ਅੰਤਰਮੁਖੀ ਆਤਮਕ ਅਵਸਥਾ ਹੁੰਦੀ ਹੈ ਜੋ ਧੀਰੇ ਧੀਰੇ ਅਤੇ ਪੱਕੇ ਨਿਹਚੇ ਨਾਲ ਇਸ ਆਤਮਕ ਅਨੁਭਵ ਦੀ ਸੰਸਕ੍ਰਿਤੀ ਨੂੰ ਆਪਣੇ ਅੰਦਰ ਨਹੀਂ ਧਾਰਨ ਕਰਦੇ ਅਤੇ ਪਰਮਾਤਮਾ ਤੇ ਉਸ ਦੀ ਸਾਜੀ ਮਨੁੱਖਤਾ ਨਾਲ ਪੂਰਨ ਤੌਰ ਤੇ ਇਕਮਿਕ ਹੋਣ ਦੀ ਭਾਵਨਾ ਨੂੰ ਆਪਣੇ ਅੰਦਰ ਨਹੀਂ ਜਗਾਉਂਦੇ। ਉਹ ਵਾਸਤਵ ਵਿੱਚ ਦਿਲ ਦੇ ਅੰਨੇ ਅਤੇ ਆਤਮਕ ਪੱਖ ਤੋਂ ਹੀਣੇ ਤੇ ਨਿਤਾਣੇ ਅਧਰੰਗ ਮਾਰੇ ਹੁੰਦੇ ਹਨ। ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਕਿ 36 ਪ੍ਰਕਾਰ ਦੇ ਭੋਜਨ ਅਤੇ ਅਨੇਕ ਪ੍ਰਕਾਰ ਦੇ ਰਸਾਂ ਕਸਾਂ ਦਾ ਸੇਵਨ ਤੇ ਸਭ ਪ੍ਰਕਾਰ ਦੇ ਐਸ਼ਵਰਜ ਤੇ ਭੋਗ ਵਿਲਾਸ ਜੇ ਸਾਰੀ ਉਮਰ ਪ੍ਰਾਪਤ ਹੁੰਦੇ ਰਹਿਣ ਤਾਂ ਅਜਿਹਾ ਜੀਵਨ ਜੀਵਨ ਦੀ ਲਾਸ਼ ਸਮਾਨ ਹੁੰਦਾ ਹੈ। ਜਦੋਂ ਪ੍ਰਭੂ ਪ੍ਰੀਤਮ ਦੇ ਪ੍ਰੇਮ ਦੀ ਸ਼ਾਂਤੀ ਦੀ ਦੌਲਤ ਮਿਲ ਜਾਂਦੀ ਹੈ ਤਾਂ ਹੋਰ ਸਭ ਪ੍ਰਕਾਰ ਦੇ ਭੂਮੀ, ਹਾਥੀ, ਘੋੜੇ, ਰਥ, ਸ਼ਾਹੀ ਬਾਜ਼ ਤੇ ਰਤਨ ਜਵਾਹਰ, ਮੋਤੀ ਮਾਣਕ ਆਦਿ ਧਨ ਪਦਾਰਥ ਮਿੱਟੀ ਦੀ ਧੂੜ ਸਮਾਨ ਪ੍ਰਤੀਤ ਹੋਣ ਲੱਗ ਪੈਂਦੇ ਹਨ।
ਹਾਂਜੀ, ਜਦੋਂ ਪ੍ਰਭੂ ਪ੍ਰੀਤਮ ਦੇ ਪ੍ਰੇਮ ਦੀ ਸ਼ਾਂਤੀ ਦੀ ਦੌਲਤ ਮਿਲ ਜਾਂਦੀ ਹੈ ਤਾਂ ਹੋਰ ਸਭ ਪ੍ਰਕਾਰ ਦੇ ਭੂਮੀ, ਹਾਥੀ, ਘੋੜੇ, ਰਥ, ਸ਼ਾਹੀ ਬਾਸ ਤੇ ਰਤਨ ਜਵਾਹਰ, ਮੋਤੀ, ਮਾਣਕ ਆਦਿ ਧਨ ਪਦਾਰਥ ਮਿੱਟੀ ਦੀ ਧੂੜ ਸਮਾਨ ਪ੍ਰਾਪਤ ਹੋਣ ਲੱਗ ਪੈਂਦੇ ਹਨ। ਗੁਸਾਈ ਤੁਲਸੀਦਾਸ। ਧੰਨ ਧੰਨ ਹੈ ਉਹ ਚੰਡਾਲ, ਜਿਸ ਦੇ ਦਿਲ ਮੰਦਰ ਵਿੱਚ ਵਸਦਾ ਆਪ ਗੋਪਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।